ਮੀਡੀਆ ਵੇਵਸ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਅੰਤਰਗਤ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ। ਮੀਡੀਆ ਵੇਵਸ ਦੇ ਪਲੇਟਫਾਰਮ ਤੋਂ ਇਹ ਪ੍ਰੋਗਰਾਮ ਖਾਸ ਮਨਸ਼ਾ ਹਿਤ ਆਪ ਸਭ ਲਈ ਪ੍ਰਸਾਰਿਤ ਕੀਤੇ ਜਾਂਦੇ ਨੇ। ਸਾਡੇ ਖੇਤਰੀ ਇਲਾਕੇ ਦੇ ਵਿੱਚ ਥੋੜ੍ਹੇ ਜਾਂ ਲੰਬੇ ਸਮੇਂ ਜਾਂ ਅਗਾਊਂ ਸਮਿਆਂ ਦੇ ਵਿੱਚ ਆਪਣਾ ਭਾਵੀ ਰਿਹਾਇਸ਼ ਬਣਾਉਣ ਦੀ ਮਨਸ਼ਾ ਹਿਤ ਆਏ ਹੋਏ ਲੋਕਾਂ ਨੂੰ ਜੋ ਕੁਝ ਇੱਥੇ ਚੱਲ ਰਿਹਾ ਉਸ ਦੇ ਪ੍ਰਤੀ ਅਸੀਂ ਜਾਗਰੂਕ ਕਰਾਉਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਤੁਸੀਂ ਪਸੰਦ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਨਾਲ ਦੀ ਨਾਲ ਦੱਸ ਦਈਏ ਕਿ ਜਿੱਥੇ ਗੱਲ ਆਉਂਦੀ ਹੈ ਸ਼ਹਿਰ ਦੀ ਸਰਕਾਰ ਨਾਲ ਆਉਂਦੀ ਹੈ ਅਤੇ ਮਿਊਨਿਸਪੈਲਿਟੀ ਆਉਂਦੀ ਹੈ। ਸ਼ਹਿਰ ਦੇ ਵਿੱਚ ਕੀ ਕੁਝ ਹੋ ਰਿਹਾ, ਲੋਕ ਕੀ ਕਰ ਰਹੇ ਹੈ, ਜ਼ੁਬਾਨ, ਆਪਸੀ ਭਾਈਚਾਰਾ ਅਤੇ ਪਲੱਸ ਮਿਲ ਰਹੀਆਂ ਸਹੂਲਤਾਂ, ਨਾ ਮਿਲ ਰਹੀਆਂ ਸਹੂਲਤਾਂ, ਸ਼ਹਿਰ ਦੇ ਵਿੱਚ ਚੰਗਾ ਅਤੇ ਮੰਦਾ, ਸਭ ਕੁਝ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਕਿਉਂਕਿ ਬਹੁਪੱਖੀ ਤਸਵੀਰ ਹਮੇਸ਼ਾ ਹੀ ਹਰ ਇੱਕ ਨਾਗਰਿਕ ਨੂੰ ਜਿੱਥੇ ਚਤੰਨ ਕਰਦੀ ਹੈ ਉੱਥੇ ਨਾਲ ਦੀ ਨਾਲ ਜ਼ਿੰਮੇਵਾਰ ਬਣਾਉਂਦੀ ਹੈ। ਖਾਸ ਤੌਰ ਉਹ ਮਨ ਜਿਹੜੇ ਅਗਾਊਂ ਸਮਿਆਂ ਦੇ ਵਿੱਚ ਸਾਡੇ ਸ਼ਹਿਰ ਨੂੰ ਆਪਣਾ ਘਰ, ਸਰੀ ਨੂੰ ਆਪਣਾ ਘਰ ਬਣਾਉਣਾ ਚਾਹੁੰਦੇ ਨੇ। ਅਗਾਊਂ ਜਾਣਕਾਰੀ ਉਹਨਾਂ ਨੂੰ ਮਿਲਣੀ ਵਾਜਬ ਵੀ ਹੈ ਔਰ ਜ਼ਰੂਰੀ ਵੀ ਹੈ। ਜਿੱਥੇ ਗੱਲ ਆਉਂਦੀ ਹੈ ਸਰੀ ਦੀ, ਸੁਭਾਵਿਕ ਹੈ ਸਭ ਤੋਂ ਜ਼ਿਆਦਾ ਕਿਸੇ ਵੀ ਨਾਗਰਿਕ ਦੇ ਲਈ ਸਭ ਤੋਂ ਜ਼ਿਆਦਾ ਅਗਰ ਅਸਰ ਅੰਦਾਜ਼ ਕੋਈ ਮੁੱਢਲੇ ਪੱਖ ਔਰ ਪਹਿਲ ਦੇ ਤੌਰ ਦੇ ਉੱਤੇ ਕਿਸੇ ਵੀ ਨਾਗਰਿਕ ਉੱਤੇ ਅਸਰ ਪੈਂਦਾ ਹੈ, ਉਹ ਸਾਡੀ ਲੋਕਲ ਸਰਕਾਰ ਵੱਲੋਂ ਲਏ ਹੋਏ ਫੈਸਲਿਆਂ ਦਾ ਅਸਰ ਪੈਂਦਾ ਹੈ। ਸੁਭਾਵਿਕ ਹੈ ਸ਼ਹਿਰ ਦੀ ਸਰਕਾਰ ਦੇ ਫੈਸਲਿਆਂ ਦੇ ਉੱਤੇ ਪ੍ਰਭਾਵ ਕਿੱਥੋਂ ਪੈ ਰਿਹਾ, ਕਿਉਂ ਪੈ ਰਿਹਾ ਅਤੇ ਕਿਵੇਂ ਪੈ ਰਿਹਾ, ਇਸ ਦੇ ਬਾਰੇ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ, ਜਾਗਰੂਕ ਹੋਣਾ ਚਾਹੀਦਾ। ਔਰ ਜਿੱਥੇ ਇਸ ਦੇ ਉੱਤੇ ਬੰਦਸ਼ ਲਗਾਉਣ ਦੀ ਜ਼ਰੂਰਤ ਪਵੇ ਤਾਂ ਲਾਮਬੰਦ ਹੋ ਕੇ ਉਹ ਰਾਹ ਭਰ ਵੀ ਦੇਣੇ ਚਾਹੀਦੇ ਆ, ਰੋਕ ਵੀ ਦੇਣੇ ਚਾਹੀਦੇ ਆ। ਸਿਟੀ ਆਫ ਸਰੀ ਨਿਰਸੰਦੇਹ ਪੂਰੇ ਕੈਨੇਡਾ ਭਰ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਇੱਕ ਤਰੀਕੇ ਨਾਲ ਟਾਕ ਆਫ ਦਾ ਟਾਊਨ ਬਣਿਆ ਹੋਇਆ। ਬੇਅੰਤ ਕਾਰਨ ਨੇ। ਕੀ ਉਹ ਸਾਰੇ ਸਹੀ ਵੀ ਕਾਰਨ ਹਨ ਜਾਂ ਕਿ ਉਹਨਾਂ ਪਿੱਛੇ ਵੀ ਕੋਈ ਖਾਸ ਮਨਸੂਬਿਆਂ ਦੇ ਅੰਤਰਗਤ ਕੁਝ ਲੋਕ ਆਪਣੀਆਂ ਲੁੰਬੜ ਚਾਲਾਂ ਚੱਲਣ ਦੇ ਵਿੱਚ ਚੰਗੀ ਤਰ੍ਹਾਂ ਮਗਨ ਨੇ ਔਰ ਲਾਮਬੰਦ ਹੋਏ ਹੋਏ ਨੇ। ਅੱਜ ਸ਼ਹਿਰ ਸਿਟੀ ਆਫ ਸਰੀ ਦੀ ਕਾਰਗੁਜ਼ਾਰੀ, ਸਿਟੀ ਹਾਲ ਦੀ ਕਾਰਗੁਜ਼ਾਰੀ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਦੀ ਹਰ ਇੱਕ ਦੌਰ ਦੇ ਵਿੱਚ ਇਹ ਬਾਹਰੀ ਲੋਕਾਂ ਦੇ ਜਿਹੜੇ ਪ੍ਰਭਾਵ ਨੇ ਇਹ ਕਿਉਂ ਹੋ ਗਏ ਨੇ? ਨੰਬਰ 1। ਨੰਬਰ 2, ਸਵਾਲ ਤੁਹਾਡੇ ਸਾਰਿਆਂ ਨਾਲ ਹਮੇਸ਼ਾ ਉਠਾਇਆ ਕਿ ਇਹੀ ਜੀ 104 ਐਵਨਿਊ 'ਤੇ ਪੈਂਦੇ ਸਿਟੀ ਹਾਲ ਦੀ ਜਿਹੜੀ ਸਾਡਾ ਸਿਟੀ ਹਾਲ ਆ ਉਹਦੇ ਇਹੋ ਜਿਹਾ ਕੀ ਖਜ਼ਾਨਾ ਸੋਨੇ ਦੀਆਂ ਖਾਣਾਂ ਥੱਲੇ ਨਿਕਲ ਆਈਆਂ ਕਿ ਜਣਾ ਖਣਾ ਜਿਹੜਾ ਉੱਧਰ ਨੂੰ ਲਾਮਬੰਦ ਹੋਇਆ ਭੱਜ ਰਿਹਾ ਔਰ ਕਈ ਤਾਂ ਕਬਜ਼ਾ ਵੀ ਦਰਸਾ ਰਹੇ हैं। ਅੱਜ ਸਾਰੇ ਦੇ ਕਰਾਂਗੇ पड़चोल। जी आशन है। बिल्कुल जितने भी लोग इस समय हमारे साथ जुड़े हुए हैं, जी आई नो, वेलकम एंड खुश आमदीद। आज हम बात करने वाले हैं सरी सिटी हॉल के अंदर क्या क्या हो रहा है, आउटसाइडर्स इन्फिल्ट्रेशन इन सरी सिटी हॉल। और सरी सिटी हॉल के अंदर जो क्या कहते हैं दीदी, लाल टपका के लोग बाहर से बैठ के जो इमेजिनेशन कर रहे हैं और जो बाहर लोगों को अफवाहें फैला रहे हैं उसके बारे में आज बातचीत होगी। और वैसे बैक अगर हम जाते हैं साल 2022 के सरी म्यूनिसिपल इलेक्शन की तरफ, तो बहुत कुछ उस इलेक्शन में हम लोगों ने देखा, सुना और हमें हमारे जो जहन है, जो बातें हम सोचते हैं उसमें इजाफा हुई। साल 2022 सरी सिटी इलेक्शन बहुत इंटरेस्टिंग थी। और आज के प्रोग्राम में नहीं, लेकिन अगले प्रॉब्लली नेक्स्ट वीक और वीक आफ्टर नेक्स्ट हम आपके लिए एक प्रोग्राम लेकर आएंगे जिसमें सिर्फ साल 2022 सरी सिटी हॉल के इलेक्शंस के लेखा जोखा होगा, जिसमें किसने कौन सी चालाकियाँ खेलकर किस तरह से गेम खेला गया, क्या हुआ क्या नहीं हुआ, उसके सारे लेखा जोखा, सारे जो हमारे डाटा है वो सारे अंकड़े लेकर आप लोगों के साथ ये प्रोग्राम ज़रूर करेंगे। सरी का के 2022 इलेक्शन, म्यूनिसिपल इलेक्शन का लेखा जोखा। जी जी। लेकिन आज जो हम बात करने जा रहे हैं, कुछ ऐसे लोग हैं जो क्लेम करते हैं, दावा करते हैं कि सरी सिटी हॉल में उनकी बड़ी चलती है और वो किस तरह से सिटी हॉल के अंदर घुसते हैं और किस तरह से सिटी हॉल के फ़ायदा उठाते हैं और साल 2022 में इलेक्शन लड़ने का उनका क्या मकसद था। आज ये सारी बातचीत होगी। इसके साथ साथ आउटसाइडर्स जो हमारे शहर में रहते भी नहीं है, हमारे शहर के प्रॉपर्टी टैक्स भी नहीं पे करते, हमारे शहर के अंदर
उनका कोई लेना देना नहीं होता है, लेकिन इस शहर के इलेक्शन लड़ने के लिए बड़े तैयार होते हैं। चाहे वो डेल्टा में रहते हैं, चाहे वैंकूवर में रहते हैं, लेकिन वो हमारे इलेक्शन में इंटरफियर करना, इलेक्शन में आकर रन करना बहुत ज़्यादा उन्हें अच्छा लगता है। आई डोंट नो, अगर हमारे शहर उनको इतना ही अच्छा लगता है तो हमारे शहर में मकान क्यों नहीं ले लेते, हमारे शहर में रहते क्यों नहीं है, और हमारे शहर में ना रहते हुए हमारे शहर की धज्जियां उड़ा रहे। आपको भी अच्छा नहीं लगेगा और मुझे भी नहीं अच्छा लगता है जब लोग आकर हमें कहते हैं कि आउटसाइडर्स इन्फिल्ट्रेशन इन सिटी ऑफ सरी। और जब ये बात हम सुनते हैं तो हमें दुख होता है, मुझे भी दुख होता है, मुझे पता है आपको भी दुख होता है कि बाहर के लोग आकर हमारे शहर में इंटरफियर कर रहे हैं, चाहे वो डेल्टा के लोग हैं, वैंकूवर के लोग हैं, बर्नबी में या न्यू वेस्टमिंस्टर में। हमारे शहर सरी पर आंख क्यों रखे हुए हैं? हमारे शहर की हिफाजत सरी के रेसिडेंट्स खुद कर सकते हैं। सरी के रेसिडेंट्स को इनफ है सरी को संभाल कर सुधार कर रखने के लिए, लेकिन ये बाहर से ग्रास हॉपर्स हमारे शहर के इलेक्शन लड़ने आ जाते हैं, हमारे शहर में इंटरफियर करने आ जाते हैं। इस बारे में आज बातचीत होगी, ज़रूर सुनते रहना। बहुत दिलचस्प कॉन्वर्सेशंस आपके लिए लेकर आए हैं और बातें ऐसे खोलेंगे कि आप भी सुनेंगे और हैरान रहेंगे। वापस आते हैं जी। जो मांगे ठाकुर अपने। ढूंढिए अपने सपनों का घर सपना भाटिया के संग। सपना एवं तन्मयी माँ बेटी की खूबसूरत जोड़ी EXP रियल्टी से, जो ढूंढेगी आपके लिए सपनों का घर या आपकी मदद करेगी घर बेचने और खरीदने में। आज ही कॉल करें 604-337-7043। जी हाँ, फिर से सुने 604-337-7043। आपके सपनों का घर सपना भाटिया के संग। ओहो, रात ਦੇ 2 ਵੱਜ ਗਏ, ਭੁੱਖ ਨਾਲ ਢਿੱਡ 'ਚ ਚੂਹੇ ਦੌੜਦੇ ਨੇ। ਚੱਲ ਇਹਨਾਂ ਨੂੰ ਵੀ ਖਿਲਾ ਪਿਲਾ ਦਿੰਨੇ ਆ। ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲਦੇ ਨੇ। ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ। ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ ਵੈਜ ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ। 604-596-1990। ਪਾਇਲ ਚਾਟ ਹਾਊਸ ਆਉਣ ਲੱਗੇ, ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ। ਹੋਰ ਤਾਂ ਹੋਰ, ਪਾਰ ਤੇ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ। ਅੱਜ ਹੀ ਕਰੋ ਕੇਟਰਿੰਗ ਬੁੱਕ 604-518-7444। ਪਾਇਲ ਚਾਟ ਹਾਊਸ। ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ। Reflection Banquet and Convention Center, a new and best hall in Surrey. Modern, elegant, top class, big patios के साथ, best food, lots of variety. You want to give the best to your guests? Party book करो Reflection Banquet and Convention Center ते 604-618-5114 6638-152 A Street, Surrey. Reflection Banquet and Convention Center. ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ? ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ये सिर्फ और सिर्फ भरोसेमंद रियल्टर ही कर सकते हैं। घर बेचन दा मन बनाया या घर खरीदना चाहते हो, सही ते भरोसेयोग सलाह दे ले कॉल करो 30 साल दा तजुर्बा रखन वाली रियल्टर कुलजीत कौर नू। SRS Panorama Realty 604-767-9992 604-767-9992। ਕੁਲਜੀਤ ਕੌਰ। ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604-597-1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 209-7928-128 ਸਟਰੀਟ 604-597-1119। ਆਈਡੀਆ ਇਮੀਗ੍ਰੇਸ਼ਨ।
ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾਓਏ ਫੋਨ 604 231 9592। ਹੁਣੇ ਲਓ ਸਰਦਾਰ 604 231 9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। बिरयानी गोट कढ़ाई निहारी चिकन कढ़ाई बाबा की बीफ कबाब ਓਏ ਆਹ कढ़ाई ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਮੀਡੀਆ ਵੇਵਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਸਿਟੀ ਆਫ ਸਰੀ ਭਾਗਾਂ ਭਰੀ ਵੱਲ ਨੂੰ ਇੰਨਾ ਚਾਅ ਨਾ ਅਸ਼ਨ, ਜਿਵੇਂ ਮੇਲਾ ਜਾਣਾ ਹੁੰਦਾ ਨਾ, ਹਾਂਜੀ ਪੰਜਾਬੀਆਂ 'ਚ ਇੱਕ ਬੜਾ ਮਨ ਹੁੰਦਾ ਵੀ ਫਟਾਫਟ ਮੇਲੇ ਜਾਣਾ। ਜਿਹਨੇ ਨਹੀਂ ਵੀ ਜਾਣਾ ਉਹ ਵੀ ਮੇਲੇ ਜਾਣਾ ਚਾਹੁੰਦਾ ਹੈ। ਜੀ ਠੀਕ ਉਸੇ ਤਰੀਕੇ ਨਾਲ ਦੇਖਣ ਦੇ ਵਿੱਚ ਆਇਆ ਇਹ ਪਿਛਲੇ ਕੁਝ ਸਮੇਂ ਦੇ ਵਿੱਚ। ਵੈਸੇ ਤਾਂ ਕਈ ਵਾਰੀ ਅਸੀਂ ਤੁਹਾਡੇ ਨਾਲ ਮੀਡੀਆ ਵੇਵਸ ਦੇ ਪਲੇਟਫਾਰਮ ਤੋਂ ਇੱਕ ਕੰਸਰਨ ਸਾਂਝੇ ਕਰਦੇ ਆ ਰਹੇ ਹਾਂ ਵੀ ਹਾਲਾ ਫੇਸ ਨੂੰ ਹੋ ਕੀ ਗਿਆ। ਹਾਂ ਹਾਂ ਵੀ ਆਏ ਆ ਵੀ ਤਾਈ ਦੀ ਧੀ ਚੱਲੀ, ਮੈਂ ਕਿਉਂ ਰਹਿ ਗਈ ਇਕੱਲੀ। ਸਾਰਿਆਂ ਦਾ ਇੱਕਦਮ ਜਿਹੜਾ ਕਹਿੰਦੇ ਸੀ ਆ ਸਰੀ ਨੂੰ ਕੀ ਜਾਣਾ। ਪਿਛਲੇ 5-7 ਸਾਲਾਂ ਦੇ ਵਿੱਚ ਇਹ ਰੁਝਾਨ ਵਧਣਾ ਸ਼ੁਰੂ ਹੋਇਆ ਔਰ ਪਿਛਲੇ 2 ਸਾਲਾਂ ਦੇ ਵਿੱਚ ਤਾਂ ਇਹ ਰੁਝਾਨ ਸਿਖਰ ਤੇ ਪਹੁੰਚ ਗਿਆ। ਲੋਕੀ ਆਟਵਾ ਦੀਆਂ ਫਲਾਈਟਾਂ ਕੈਂਸਲ ਕਰਕੇ ਉਹਨਾਂ ਦਾ ਖਹਿੜਾ ਛੱਡ ਕੇ ਸਿੱਧੀ ਫਲਾਈਟ 104 ਐਵਨਿਊ ਤੇ ਆਪਣੇ 136 ਦੇ ਕੋਲ ਪੈਂਦੇ ਸਿਟੀ ਹਾਲ ਵਾਲੀ ਥਾਂ ਦੇ ਉੱਤੇ ਫਲਾਈਟ ਹੈ ਜਿਹੜੀ ਉੱਥੇ ਲੈਂਡ ਕਰਨੀ ਸ਼ੁਰੂ ਕਰ ਦਿੱਤੀ। ਸ਼ੁਕਰ ਹੈ ਅੱਡਾ ਨਹੀਂ ਬਣ ਗਿਆ ਜਹਾਜ਼ਾਂ ਦਾ। ਹਜੇ ਤਾਂ ਉੱਤੋਂ ਦੀ ਉਹ ਲੰਘਦੇ ਆ, ਜਦੋਂ ਦੇ ਸਾਊਥ ਸਰੀ ਤੋਂ ਫਲਾਈਟ ਦਾ ਰੂਟ ਚੇਂਜ ਹੋਇਆ ਉਦੋਂ ਦਾ ਉੱਤੋਂ ਦੀ ਉਹ ਕੱਢਦੇ ਆ ਹਜੇ। ਪਰ ਆਟਵਾੜੇ ਵਾਲੇ ਜਹਾਜ਼ ਦੀਆਂ ਜਿਹੜੀਆਂ ਨੇ ਨਾ ਖਿੜਕੀਆਂ, ਉਹਨਾਂ 'ਚ ਸਿੱਧੀ ਲੈਂਡਿੰਗ ਉੱਥੇ ਆਉਣੀ ਸ਼ੁਰੂ ਹੋ ਗਈ। ਤਾਂ ਸਵਾਲ ਨਾਲ ਇਹ ਵੀ ਉੱਠਣੇ ਸ਼ੁਰੂ ਹੋਏ, ਵਾਟ, ਵਾਈ, ਰੀਜ਼ਨ ਕੀ ਆ। ਨਿਰਸੰਦੇਹ ਲੋਕ ਪੂਰੇ ਕੈਨੇਡਾ ਭਰ ਦੇ ਵਿੱਚੋਂ ਜਾਂ ਬਾਹਰੋਂ ਤਕਰੀਬਨ 1000 ਤੋਂ ਲੈ ਕੇ 1200 ਲੋਕ ਨੇ ਜਿਹੜੇ ਉਹ ਸਿਟੀ ਆਫ ਸਰੀ ਨੂੰ ਆਪਣਾ ਆਉਣ ਵਾਲੇ ਸਮੇਂ ਵਾਲਾ ਘਰ ਦੇ ਤੌਰ ਤੇ ਇੱਥੇ ਮੂਵ ਹੋ ਰਿਹਾ। ਪੂਰੇ ਮੁਲਕ ਦੇ ਵਿੱਚੋਂ ਵੀ, ਨਾਲ ਲੱਗਦੇ ਮੁਲਕਾਂ ਦੇ ਵਿੱਚੋਂ ਵੀ ਤੇ ਦੂਰ ਵਾਲੇ ਮੁਲਕਾਂ ਦੇ ਵਿੱਚੋਂ ਵੀ। ਪਰ ਨਾਲ ਦੀ ਨਾਲ ਸਾਡੇ ਸ਼ਹਿਰ ਤੇ ਖਾਸ ਕਰਕੇ ਫਰੇਜ਼ਰ ਰਿਵਰ ਦੇ ਦੂਜੇ ਪਾਸਿਓਂ ਵੀ ਮਾਈਗ੍ਰੇਸ਼ਨ ਸ਼ੁਰੂ ਹੋ ਗਈ। ਐਡੀ ਵੱਡੀ ਪੱਧਰ ਤੇ ਮਾਈਗ੍ਰੇਸ਼ਨ ਮੈਂ ਨਹੀਂ ਸੀ ਸੋਚੀ ਕਿ ਵੈਨਕੂਵਰ 'ਚ ਰਹਿੰਦੇ ਹੋਏ ਲੋਕਾਂ ਦੀਆਂ ਲਾਲਾਂ ਜਿਹੜੀਆਂ ਨੇ ਸਰੀ ਦੇ ਸਿਟੀ ਹਾਲ ਵਾਲੇ ਖੱਤੇ ਦੇ ਵਿੱਚ ਲਮਕਣੀਆਂ ਸ਼ੁਰੂ ਹੋ ਗਈਆਂ। ਹਾਂਜੀ ਲਾਲਾਂ ਵੀ ਐਡੀਆਂ ਵੀ ਧੁੰਨੀ ਤੱਕ ਪੈਂਦੇ, ਹਾਰ ਨਾਲੋਂ ਵੀ ਨੀਚੇ ਜਾਂਦੀਆਂ ਨੇ। ਅੱਛਾ ਕਹਿੰਦੇ ਨੇ ਵਿਚੋਲਣ ਨੂੰ ਧੁੰਨੀ ਤੱਕ ਦਾ ਲੰਮਾ ਹਾਰ ਪਾਉਂ, ਇਹਨਾਂ ਦੀਆਂ ਲਾਲਾਂ ਤਾਂ ਪੈਰਾਂ ਤੱਕ ਜਾਂਦੀਆਂ ਨੇ। ਜ਼ਿਹਨ ਦੇ ਵਿੱਚ ਹਮੇਸ਼ਾ ਰਿਹਾ। ਪਰ ਇਹਦੇ ਨਾਲ ਇੱਕ ਸਵਾਲ ਹੋਰ ਉੱਠਦਾ ਹੈ, ਇੱਕ ਸਤਰਕ ਨਾਗਰਿਕ ਹੋਣ ਦੇ ਨਾਤੇ, ਵੀ ਇਹਨਾਂ ਲੋਕਾਂ ਦਾ ਸਾਡੇ ਕੀ ਕੰਮ। ਸਾਡੇ ਸ਼ਹਿਰ ਦੇ ਸਿਟੀ ਹਾਲ ਤੇ ਰਾਜਨੀਤੀ ਦੇ ਵਿੱਚ ਇਹਨਾਂ ਲੋਕਾਂ ਦਾ ਕੀ ਕੰਮ, ਕਾਹਦੇ ਲਈ? ਕਿਉਂਕਿ ਜਾਂ ਬੰਦਾ ਗਰਜ਼ ਨੂੰ ਆਵੇ ਜਾਂ ਫਰਜ਼ ਨੂੰ। ਫਰਜ਼ ਦੀ ਤਾਂ ਇਹਨਾਂ ਤੋਂ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਇਹਨਾਂ ਸਾਰਿਆਂ ਦੇ ਲੁੰਗਲਾਣੇ ਦੇ ਸਾਰਿਆਂ ਦੇ ਫਰਜ਼ ਨੇ ਆਪਣੇ ਤੋਂ ਸ਼ੁਰੂ ਹੋ ਕੇ ਆਪਣੇ ਤੇ ਖਤਮ ਹੋ ਜਾਂਦੇ ਨੇ। ਹਾਂ ਗਰਜ਼ ਪੱਕੀ ਹੈ। ਤੇ ਤੀਜਾ ਹੈ ਲਾਲਚ, ਉਹ ਸਭ ਤੋਂ ਹੀ ਪ੍ਰਧਾਨ ਹੈ ਕਿਉਂਕਿ ਖੁਦ ਟੋਪੀ ਪਾ ਕੇ ਦੂਜਿਆਂ ਸਾਰਿਆਂ ਨੂੰ ਟੋਪੀ ਘਮਾਉਣ ਦੇ ਵਿੱਚ ਮਾਹਰ ਜਿਹੜੇ ਲੋਕ ਨੇ, ਇਹਨਾਂ ਨੇ ਇਹ ਧਾਰ ਲਿਆ ਵੀ ਸਿਟੀ ਹਾਲ ਤੇ ਕਬਜ਼ਾ ਕਰੋ। ਚੰਗਾ ਸਾਡੀ ਡੈਨਾਵਾਰਟ ਨੇ ਸਿਟੀ ਹਾਲ ਨਾ ਸਕਾਈ ਟ੍ਰੇਨ ਦੇ ਨੇੜੇ ਲਿਆਂਦਾ, ਪੂਰੇ ਉਹ ਹਾਈਵੇ 10 ਤੋਂ ਚੱਕ ਕੇ, ਕਿ ਇਹੋ ਜਿਹੇ ਲੁੰਗ ਲਾਣੇ ਦੇ ਲਈ ਤਾਂ ਇੱਕ ਬਹੁਤ ਵੱਡਾ ਮੌਕਾ ਬਣ ਗਿਆ। ਸ਼ਹਿਰ ਨੂੰ ਪ੍ਰੋਗਰੈਸ ਦੇ ਰਾਹ ਦੇ ਉੱਤੇ ਲੈ ਕੇ ਆਉਣਾ ਸੀ, ਪਰ ਉਹਦੇ ਨਾਲ ਪ੍ਰੋਗਰੈਸ ਦੇ ਨਾਲ ਤਾਂ ਕੀੜੇ ਆ ਗਏ ਜਿਹੜੇ ਕਿ ਜਦੋਂ ਜੜ੍ਹਾਂ 'ਚ ਬੈਠਦੇ ਨੇ ਤਾਂ ਜੜ੍ਹਾਂ ਖਾਲੀ ਕਰ ਦਿੰਦੇ ਨੇ।
ਯਾਦ ਰਹੇ ਇਹੋ ਜਿਹੇ ਮੁਨਾਫਾਖੋਰੂ ਆਪਣਾ ਮਤਲਬ ਪੂਰਾ ਕਰਨ ਵਾਲੇ ਲਾਲਚੀ ਜਿਹੜੇ ਲੋਕ ਨੇ ਇਹ ਤਾਂ ਜੜਾਂ 'ਚ ਤੇਲ ਬਰਾਬਰ ਹੁੰਦੇ ਆ ਆਸ਼ਾ ਨਾ। ਜਦੋਂ ਜੜਾਂ ਦੇ ਵਿੱਚ ਤੇਲ ਦੇ ਦਿੱਤਾ ਜਾਵੇ ਤਾਂ ਫਿਰ ਜੜਾਂ ਨਹੀਂ ਰਹਿੰਦੀਆਂ, ਜੜਾਂ ਖੋਖਲੀਆਂ ਹੋ ਜਾਂਦੀਆਂ। ਜਿੱਡਾ ਵੱਡਾ ਮਰਜ਼ੀ ਦਰਖਤ ਹੋਵੇ ਉਹ ਡਿੱਗ ਜਾਂਦਾ ਹੈ। ਔਰ ਸਿਟੀ ਆਫ ਸਰੀ ਦੇ ਵਿੱਚ ਬਾਹਰੀ ਲੋਕਾਂ ਦੀ ਜਿਹੜੀ ਪਹਿਲਾਂ ਇੰਟਰਸਟ ਸੀ ਫਿਰ ਸ਼ਮੂਲੀਅਤ ਹੋ ਗਈ। ਪਿਛਲੀਆਂ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਵੀ ਕਿੱਡੀ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਸ਼ਮੂਲੀਅਤ ਹੋਈ ਆ। 2022 इलेक्शन में दीदी प्रोविंशियल पार्टी से लोग हमारे शहर के मेयरशिप रेस लड़ने आ गए। फेडरली हमारे शहर में लोग मेयर के रेस लड़ने आ गए। हालांकि ऑलरेडी एक सीट पार्लियामेंट में होल्ड कर रहे, ऑलरेडी दे आर सिटिंग इन द पार्लियामेंट, और वो हमारे शहर के मेयर बनने के लिए इतना ज़्यादा दिलचस्पी क्यों निकाली? क्या ये सिर्फ मेयर उस वक्त के मेयर डग मक्कलम को हराने के लिए था? कुछ लोग हमारे शहर छोड़ के दूसरे शहर से आकर काउंसिल की सीट के लिए लड़ना चाहते थे, जैसे सस्पेंडेड रियल्टर कैम पवार। सस्पेंडेड रियल्टर कैम पवार डेल्टा में रहते, और डेल्टा में रहते हुए वो हमारे शहर सरी के इलेक्शन लड़ रहा था। Why didn't he run from डेल्टा? क्या डेल्टा में कोई उसको रन करने नहीं दिया था? सरी में भी वैसे कोई स्लेट ने तो उसे लिया नहीं, इंडिपेंडेंट लड़ा उसने आके, और ये दावा करते हुए कि 1 लाख वोट है जी मेरे पास। कैम पवार डेल्टा में रहते हुए सरी में इलेक्शन लड़ना, सस्पेंडेड रियल्टर, उसका क्या इंटेंशन था? वजह क्या थी? सरी के अंदर उसने क्या ऐसा लेना था कि उसने आके सरी में इलेक्शन लड़े? व्हाट वाज द रीज़न? कई लोग बड़े बड़े बातें करते हैं। सोर्सेस के मुताबिक ये पता चलता है कि कैम पवार जो एक सस्पेंडेड रियल्टर है, कई ऐसे फ्रॉड्स जिसके बारे में मैंने आप लोगों को बताया कई दिनों में कि दिस इज़ व्हाट हैपेंड, दिस इज़ व्हाट हैपेंड, दिस इज़ व्हाट हैपेंड। अब कैम पवार का डेल्टा रेसिडेंट्स का सरी में आकर इलेक्शन लड़ने का क्या मतलब था? वजह क्या थी? क्या हमारे शहर में बहुत ज़्यादा सोने उगते हैं? व्हाट इज़ द रीज़न? जोनिंग चेंज करके, लैंड बाय करके, ये करके सब डिवीज़न कराना। आजकल सुना है लैंगली में सब डिवीज़न हो रहे हैं, पता नहीं वो कानूनी है कि गैर कानूनी है, वी डोंट नो, बट वी हर्ड दैट। लेकिन कैम पवार का सरी में इलेक्शन लड़ने का मकसद क्या था? क्या सरी सिटी हॉल में करप्शन कल्चर जो है उसमें इजाफा करना था? जिस तरह से दावा किया जा रहा है, मेरा तो सीधा 6th फ्लोर पे कनेक्शन है। एलिवेटर लेके मैं सीधा 6th फ्लोर पे चला जाता, वही कॉफ़ी पींदा, वही लंच करता, वही डिनर करता। ये सस्पेंडेड रियल्टर का दावा है लोगों तक। अब इसके अलावा अगर देखे, सुख धालीवाल नु देख लो, MP जड़ा अपना न्यूटन दा, बड़े बड़े गुल खिला दिए। गुल खिलाना इसका शुरू से आदत था। कभी इनकम टैक्स चोरी कर लेना, तो कभी कुछ तो कभी कुछ। और सिटी ऑफ सरी के जो इलेक्शन लड़ने का जो गुल खिलाया इन्होंने, उसमें कई बातें खुलकर सामने आए। एक तो उनको अपना औकात पता चल गया। पूरे सरी में उनको 9,000 वोट मिले। उससे आगे Jennison's had more votes than him, way more votes than him. So एक तरफ से उसने अपना औकात दिखा दिया कि देख लो सरी वाले मुझे कितना पसंद करते हैं। दूसरी तरफ से हमें यह भी पता चल गया कि what he actually wanted to do. याद है दीदी, सुख धालीवाल हमें ये बात बता रहा था कि कैंडिडेट में सिर्फ हूँ मेयर का, मेरा तो स्लेट डाउनटाउन वैंकूवर से लड़ा जाता है। डाउनटाउन वैंकूवर के लोगों को हमारे शहर में क्या इंटरेस्ट है? सुख धालीवाल का अगर स्लेट जो है वो डाउनटाउन वैंकूवर से लड़ रहा था, गोरो से लड़ रहा था, तो इसका वजह क्या था? क्या गोरे जो डाउनटाउन वैंकूवर में रहते हैं उनको भी पता चल जाता कि सरी की धरती में सोना उगते हैं? क्या इंटरेस्ट थी? बहुत लोग बहुत किस्म की बातें इस बारे में कर रहे हैं, और जिन बातों का जवाब मिलना जरूरी भी है,
और आज के इस प्रोग्राम में इन बातों को हम ज़रूर डिस्कस करेंगे। विल बी राइट बैक। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000। ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 1347 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਕੱਕਾ ਖੱਕਾ ਗੱਗਾ ਖੱਕਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ, ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ ਡੈਲਟਾ 6045990211 128 ਸਟਰੀਟ ਐਂਡ 96 ਐਵਨਿਊ 6045811900 1539 ਜੌਨਸਨ ਰੋਡ ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ? ਤੁਸੀਂ ਵੀ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553। ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 ਸਟਰੀਟ ਸਰੀ। For all criminal charges, call Gagan Nahal 604-527-4769. कल सारे बड़े खुश सी। होना क्यों नहीं खुश? पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब बस कढ़ाई। बस बस हुण नहीं रह जांदा। बार्नीज कढ़ाई वाला है किथे? अपने सरी पिंड ते 8140-128 स्ट्रीट, second location 12889 84th Avenue, Surrey. Phone number 7785654416.
चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीस कढ़ाई वाला कभी नहीं भूलोगे। आप खुश, बानीस कढ़ाई वाला खुश। ਮੀਡੀਆ ਵੇਵਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਸਿਟੀ ਆਫ ਸਰੀ ਦੇ ਵਿੱਚ ਬਾਹਰੀ ਲੋਕਾਂ ਦੇ ਜਿਹੜੇ ਦਖਲ ਅੰਦਾਜ਼ੀ ਹੈ ਉਸ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਆਸ਼ਾ ਉਹਨਾਂ ਨੇ 2 ਨੁਕਤੇ ਉਠਾਏ ਆ। ਚਲੋ ਪਹਿਲਾਂ ਆਪਣੇ ਨਿਊਟਨ ਦੇ ਨਾਲ ਹੀ ਸੰਬੰਧਿਤ ਗੱਲ ਕਰ ਲੈਂਦੇ ਹਾਂ ਕਿਉਂਕਿ ਸਾਡਾ ਭਾਈਚਾਰਾ ਇੱਥੇ ਜ਼ਿਆਦਾ ਹੈ। ਸੁੱਖ ਨਾਲ 2 ਦਹਾਕਿਆਂ ਤੋਂ ਨਿਊਟਨ ਦੇ ਚਲੇ ਆ ਰਹੇ MP ਸੁੱਖ ਧਾਲੀਵਾਲ ਨੇ ਜਦੋਂ ਲੋਕਲ ਪੋਲੀਟਿਕਸ ਦੇ ਵਿੱਚ ਛਾਲ ਮਾਰਨ ਦੀ ਮਨ ਬਣਾਇਆ, ਕਈ ਸਵਾਲ ਉੱਠੇ ਸਨ। ਡੈਫੀਨੇਟਲੀ ਬਿਲਕੁਲ ਸਿਟੀ ਹਾਲ ਦੇ ਵਿੱਚ ਬਿਹਤਰੀਨ ਕਾਰਗੁਜ਼ਾਰੀ ਹੋਣੀ ਚਾਹੀਦੀ ਹੈ, ਪਰ ਇਸ ਤਰ੍ਹਾਂ ਲੱਗਦਾ ਕਿ 2 ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ। ਇੱਕ ਦਿਖਾਉਣ ਲਈ, ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਲਈ ਹੋਰ। ਆਸ਼ਾ ਇਹਨਾਂ ਨੇ ਇੱਕ ਸਵਾਲ ਉਠਾਇਆ ਕਿ ਗੱਲ ਦਾ ਜ਼ਿਕਰ ਅਕਸਰ ਹੁੰਦਾ ਕਿ ਮੇਰੀ ਕੈਂਪੇਨ ਜਾਂ ਮੇਰੀ ਸਲਾਹ ਹੈ ਜਿਹੜੀ ਉਹ ਡਾਊਨਟਾਊਨ ਦੇ ਵਿੱਚ ਉਹਦੀ ਬੜੀ ਮਾਨਤਾ ਹੈ ਔਰ ਮੇਰੀ ਕੈਂਪੇਨ ਔਰ ਮੇਰੀ ਪੋਲੀਟੀਕਲ ਇਹ ਐਫੀਲੀਏਸ਼ਨ ਹੈ ਜਿਹੜੀ ਉਸਦੇ ਸਾਰੇ ਫੈਸਲੇ ਡਾਊਨਟਾਊਨ 'ਚੋਂ ਲਏ ਜਾਂਦੇ ਆ। ਯਾਦ ਰਹੇ ਡਾਊਨਟਾਊਨ ਸਰੀ ਦਾ ਨਹੀਂ ਜੀ, ਡਾਊਨਟਾਊਨ ਵੈਨਕੂਵਰ ਦਾ। 2 ਜਵਾਬ ਨੇ ਇਹਦੇ 'ਚ। ਆਸ਼ਾ ਉਹਨਾਂ ਨੇ ਕਿਹਾ ਵੀ ਯੈਸ ਆਈ ਵਾਜ਼ ਪ੍ਰੈਜ਼ੈਂਟ ਦੇਅਰ, ਆਈ ਹਰਡ ਇਟ। ਤੇ ਇਹਦੇ ਨਾਲ ਮੇਰੇ ਧਿਆਨ ਦੇ ਵਿੱਚ 2 ਸਵਾਲ ਉੱਠਦੇ ਆ ਕਿ ਸੁੱਖ ਧਾਲੀਵਾਲ ਡਾਊਨਟਾਊਨ ਵਾਲਿਆਂ ਦਾ ਝੋਲੀ ਚੁੱਕ ਸੀ, ਨੰਬਰ 1। ਨੰਬਰ 2 ਕਿ ਅਜੇ ਵੀ ਸਾਨੂੰ ਪਿੱਛ ਲੱਗ ਤੇ ਝੋਲੀ ਚੁੱਕ ਵਾਲਾ ਜਿਹੜਾ ਸਾਡਾ ਵਰਤਾਰਾ ਉਹ ਕਾਇਮ ਹੈ, ਜਾਰੀ ਰੱਖ ਰਹੇ ਆ। ਕਿਸੇ ਦੀ ਝੋਲੀ ਅਸੀਂ ਚੱਕਦੇ ਹਾਂ ਤੇ ਕਿਸੇ ਨੂੰ ਆਪਣੇ ਪਿੱਛੇ ਪਿੱਛੇ ਝੋਲਾ ਚੱਕਣ ਤੇ ਲਾ ਲੈਂਦੇ ਆ। ਕਿਰਦਾਰ, ਕੰਮਕਾਰ, ਗਫਤਾਰ ਤੇ ਰਫਤਾਰ ਕਿੱਥੇ ਗਈਆਂ? ਅਗਰ ਇਹਨਾਂ ਦੀ ਅਣਹੋਂਦਤਾ ਕਿਸੇ ਵੀ ਸ਼ਖਸੀਅਤ ਦਾ ਇੱਕ ਤਰੀਕੇ ਨਾਲ ਬੈਂਕਰਪਸੀ ਡਿਕਲੇਅਰ ਕਰਦੀਆਂ ਨੇ। ਉਹੀ ਸਾਰਾ ਕੁਝ ਸਾਹਮਣੇ ਆਇਆ ਕਿ ਹਾਂ ਸਭ ਕੁਝ ਸਾਹਮਣੇ ਹੈ ਪਰ ਆਪਣੇ ਜਿੱਤਣ ਲਈ ਨਹੀਂ, ਬਲਕਿ ਇੱਕ ਮਨਸੂਬੇ ਦੇ ਅੰਤਰਗਤ ਜੋ ਚੱਲ ਰਿਹਾ ਉਸ ਵਕਤ ਦੀ ਸਰਕਾਰ ਸੀ ਉਸ ਨੂੰ ਹਰ ਹਾਲਤ ਤੇ ਹਰਾਉਣ ਦੀ ਮਨਸ਼ਾ ਸੀ। ਚਲੋ ਅੱਜ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕਰ ਲੈਣੀ ਹੈ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਹਮੇਸ਼ਾ ਘੁੰਮਦੀ ਹੈ। ਡੱਗ ਮਕੱਲਮ ਇਹ ਸਾਰੇ ਟੋਲੇ ਨੂੰ ਕਿਉਂ ਚੁੱਭਦਾ ਸੀ? ਮੇਅਰ ਡੱਗ ਮਕੱਲਮ ਇਹ ਸਾਰੇ ਦੇ ਸਾਰੇ ਜਿਹੜੇ ਕਿ ਆਪਣੀ ਨੀਤ ਦੇ ਭੁੱਖੇ ਲੋਕਾਂ ਦੇ ਟੋਲੇ ਨੂੰ ਡੱਗ ਮਕੱਲਮ ਕਿਉਂ ਚੁੱਭਦਾ ਸੀ? ਉਹਦੇ ਜਵਾਬ ਮੈਨੂੰ ਮਿਲ ਗਏ। ਇਹਨਾਂ ਸਾਰਿਆਂ ਦੀ ਕਹਾਣੀ ਹੈ ਬਾਤ ਪਾਵਾਂ ਟੁੱਕ, ਜਿਨ੍ਹਾਂ ਦੀਆਂ ਨੀਤਾਂ ਨਾ ਭਰੀਆਂ ਹੋਣ ਉਹਨਾਂ ਦੀ ਹਮੇਸ਼ਾ ਦੂਸਰੇ ਦੀ ਓਪਰਚੁਨਿਟੀ ਦੇ ਉੱਤੇ ਨਿਗਾਹ ਰਹਿੰਦੀ ਹੈ। ਮੇਰੀ ਮਾਂ ਕਹਿੰਦੀ ਹੁੰਦੀ ਸੀ, ਕਹਿੰਦੇ ਪੁੱਤ ਜੇ ਘਰ ਦੇ ਵਿੱਚ 4 ਜੀਆਂ ਦੀ ਨੀਤ ਨਾ ਭਰੀ ਹੋਵੇ ਨਾ ਉਸ ਘਰ 'ਚ ਤਾਲੇ ਲੱਗਦੇ ਆ। ਜਿੱਥੇ ਘਰ ਦੇ 4 ਜੀਆਂ ਦੀ ਨੀਤ ਭਰੀ ਉੱਥੇ ਤਾਲਾ ਲਾਉਣ ਦੀ ਲੋੜ ਹੀ ਨਹੀਂ। ਸਰੀ ਸ਼ਹਿਰ ਦੇ ਵਿੱਚ ਰਹਿੰਦੇ ਹੋਏ ਲੋਕਾਂ ਦੇ ਦਿੱਤੇ ਹੋਏ ਸਤਿਕਾਰ ਔਰ ਬਣਦੇ ਸਤਿਕਾਰ ਦੇ ਬਾਵਜੂਦ ਸੁੱਖ ਧਾਲੀਵਾਲ ਦੀ ਕਾਰਗੁਜ਼ਾਰੀ ਜਿਹੜੀ ਅਖੀਰ ਦੇ ਵਿੱਚ ਉਹਨਾਂ ਦੇ ਆਪਦੇ ਮੂੰਹੋਂ ਫੁੱਟ ਕੇ ਬਾਹਰ ਨਿਕਲੀ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਮੂੰਹੋਂ ਫੁੱਟ ਕੇ ਬਾਹਰ ਨਿਕਲੀ। ਡੱਗ ਮੁਕੱਲਮ ਨੂੰ ਹਰਾਉਣਾ ਸੀ ਸੋ ਹਰਾਤਾ, ਨਾਲ ਘਰ ਵਾਲੇ ਵੀ ਹਰਾ ਲਏ। ਫਿਰ ਜਿਹਨੂੰ ਜਿਤਾਉਣਾ ਸੀ ਉਹਦੇ ਪਿੱਛੇ ਮਨਸੂਬਾ ਕੀ ਸੀ? ਇਹ ਪਹਿਲੀ ਵਾਰੀ ਮੈਂ ਸੁਣਿਆ ਇਹ ਆਪਦੇ ਘਰ ਵਾਲਿਆਂ ਨੂੰ ਹਰਾ ਕੇ ਇੰਨੇ ਜਸ਼ਨ ਮਨਾਏ ਜਾਣ ਤੇ ਭੰਗੜੇ ਪਾਏ ਜਾਣ, ਉਹ ਵੀ ਕੈਂਪੇਨ ਆਫਿਸ ਦੇ ਸਾਹਮਣੇ ਖੜ ਕੇ। ਇੱਕ ਕਹਾਵਤ ਮੈਂ ਤੁਹਾਡੇ ਨਾਲ ਹਮੇਸ਼ਾ ਸਾਂਝੀ ਕੀਤੀ ਹੈ, ਚਲੋ ਅੱਜ ਫੇਰ ਯਾਦ ਕਰਾ ਦਿੰਨੀ ਆ। ਜੇ ਤੀਵੀਂ ਆਪਣੀ ਆਈ ਤੇ ਆ ਜਾਵੇ ਨਾ ਮੰਜੇ ਤੇ ਨਾਲ ਪੈ ਕੇ ਤਬਾਹ ਕਰ ਦਿੰਦੀ ਹੈ, ਔਰ ਘਰ ਤਾਂ ਘਰ ਖਾਨਦਾਨ ਦੀਆਂ ਜੜ੍ਹਾਂ ਸੂਈ ਦੇ ਨੱਕੇ ਦੇ ਨਾਲ ਇਹੋ ਜਿਹੀਆਂ ਪੱਟਦੀਆਂ ਦੁਬਾਰਾ ਜੜ੍ਹਾਂ ਨਹੀਂ ਲੱਗਦੀਆਂ। ਇਹ ਬੇਬੇ ਧਨਕੁਰ ਕਹਿੰਦੀ ਹੁੰਦੀ ਸੀ। ਇਹ ਕਿੰਨੇ ਅਸੂਲ ਨੇ ਜਿਹੜੇ ਅੱਜ ਦੀ ਜੀਵਨ ਜਾਂਚ ਦੇ ਵਿੱਚ ਮਨਸੂਬੇ ਨਸ਼ਰ ਕਰਦੇ ਹੈ, ਜ਼ਾਰਾ ਕਰਦੇ ਹੈ। ਔਰ ਸੁੱਖ ਧਾਲੀਵਾਲ ਵੱਲੋਂ
ਇਹ ਜਿਹੜੀ ਕਾਰਗੁਜ਼ਾਰੀ ਕੀਤੀ ਗਈ ਆਪਣੇ ਜਿੱਤਣ ਲਈ ਸੁਖ ਧਾਲੀਵਾਲ ਲੜਦਾ ਵੀ ਸਟੈਂਡ ਵਿਦ them ਕਿ ਇਨਸਾਨ ਆਪਣੇ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸਹੀ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ। ਪਰ ਇਹਨਾਂ ਸਾਰੇ ਲੁੰਗਲਾਣੇ ਦਾ ਇਕੱਠੇ ਹੋ ਕੇ ਡੱਗ ਮਕੱਲਮ ਨੂੰ ਹਰਾਉਣ ਪਿੱਛੇ ਇੱਕ ਮਨਸੂਬਾ ਕਲੀਅਰ ਹੋ ਗਿਆ ਕਿ ਸਰੀ ਦੇ ਲੋਕਾਂ ਨੂੰ ਇੱਕ ਮੇਅਰ ਮਿਲਿਆ ਸੀ ਜਿਹੜਾ ਸਰੀ ਦੇ ਲੋਕਾਂ ਲਈ ਸਭ ਕੁਝ ਕਰਨ ਨੂੰ ਤਰਜੀਹ ਦਿੰਦਾ ਸੀ। ਆਰੇ ਆਪਣੀ ਨੀਤ ਤੇ ਢਿੱਡ ਦੇ ਭੁੱਖੇ ਕਾਰਪੋਰੇਸ਼ਨਾਂ ਦੇ ਹੱਥਾਂ ਦੇ ਵਿੱਚ ਵਿਕਿਆ ਹੋਇਆ ਲੁੰਗ ਲਾਣਾ ਸਾਰਾ ਇਕੱਠਾ ਹੋ ਕੇ ਉਹਨੂੰ ਹਰਾਉਣ ਦੇ ਲਈ ਲਾਮਬੰਦ ਹੋਇਆ ਸੀ। ਚਾਹੇ ਸੁਖ ਧਾਲੀਵਾਲ ਸੀ ਤੇ ਚਾਹੇ ਉਹਦੇ ਹੋਰ ਚੇਲੇ ਚਾਪਟੇ, ਚਾਹੇ ਆਹ ਇੱਕੀ ਦੁੱਕੀ ਕੈਂਪ ਵਾਰ ਵਰਗੇ ਬੰਦੇ ਜਿਨ੍ਹਾਂ ਦੇ ਅੰਦਰ ਖਾਤੇ ਡੀਲਸ ਹੋਈਆਂ, ਜਿਹੜੀਆਂ ਡੀਲਸ ਸਾਹਮਣੇ ਆਉਂਦੀਆਂ ਨੇ। ਗੱਲ ਥੋੜੀ ਲੰਬੀ ਹੋ ਰਹੀ ਹੈ ਆਸ਼ਾ ਨਾ, It's okay. ਤੁਸੀਂ ਇੰਜ ਨਾ ਕਹੋ ਵੀ ਦੀਦੀ ਤਾਂ ਮੈਨੂੰ ਨਹੀਂ ਬੋਲਣ ਦੇ ਰਹੇ, No. ਬਟ Go ahead. ਇਟਸ ਅ ਫੈਕਟ। ਇੱਕ ਦਾ ਚਿੱਠਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਿਹੜੇ ਵਿਅਕਤੀ ਤੋਂ ਇਸ ਗੱਲ ਦੀ ਉਮੀਦ ਕੀਤੀ ਜਾਂਦੀ ਸੀ ਕਿ 20 ਸਾਲ ਪਬਲਿਕ ਸਰਵਿਸ ਦੇ ਵਿੱਚ ਰਹਿ ਕੇ ਉਹਦੀ ਨੀਤ ਆ ਜਿਹੜੀ ਸਿਰਫ ਔਰ ਸਿਰਫ ਹੁਣ ਪਬਲਿਕ ਦੇ ਲਈ ਹੋਏਗੀ। ਜਿਸ ਤਰ੍ਹਾਂ ਠੀਕ ਇੱਕ ਵਿਅਕਤੀ 20 ਸਾਲਾਂ ਤੱਕ ਆਪਣੀ ਕਬੀਲਦਾਰੀ ਨੂੰ ਪੂਰੀ ਸਿਰੇ ਚਾੜ ਕੇ ਕਹਿੰਦਾ ਵੀ ਹੁਣ ਮੈਂ ਕਮਿਊਨਿਟੀ ਦਾ ਕੰਮ ਕਰਾਂ ਤੇ ਰੱਬ ਦਾ ਨਾਮ ਲਵਾਂ, ਪਰ ਨਾ ਕਿੱਥੇ। ਜੇ ਨੀਤ ਭਰੀ ਹੋਵੇ ਤਾਂ ਪਬਲਿਕ ਸਰਵਿਸ ਵੱਲ ਨੂੰ ਮੰਨ ਜਾਵੇ ਨਾ। ਜੇ ਨੀਤ ਭਰੀ ਹੋਵੇ ਤਾਂ ਹਾਬੜਿਆਂ ਦੀ ਤਰ੍ਹਾਂ ਹਰ ਇੱਕ ਥਾਂ ਤੇ ਹਲ ਕਰਦੇ ਨਾ ਫਿਰਨਾ ਪਵੇ। ਔਰ ਸੁੱਖ ਦਾ ਸੁੱਖ ਨਾਲ ਹਾਲ ਉਹ ਹੋ ਗਿਆ, ਔਰ ਜਿਹਦੇ ਲਈ ਉਹ ਖੁਦ ਜ਼ਿੰਮੇਵਾਰ ਹੈ। ਹੰਕਾਰਿਆ ਸੋ ਮਾਰਿਆ ਬੇਬੇ ਧਨਕੁਰ ਕਹਿੰਦੀ ਸੀ, ਕਹਿੰਦੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ। ਜਦੋਂ ਸਾਡੇ ਇਸ ਤਰ੍ਹਾਂ ਦੇ ਰਾਜਨੀਤੀ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਆਪਣਾ ਵਰਤਾਵਾ ਜ਼ਾਹਰ ਕਰਦੀਆਂ ਨੇ, ਸੁਭਾਵਕ ਹੈ ਉਹਨਾਂ ਨੂੰ ਦੇਖ ਕੇ ਇਹੋ ਜਿਹੇ ਟੀਟਣੇ ਮਾਰਨ ਵਾਲੇ ਹੋਰ ਵੀ ਪਿੱਛੇ ਜੰਮਣੇ ਆ। ਆ ਨਵੇਂ ਟੀਟਣਿਆਂ ਦੇ ਵਿੱਚੋਂ ਕੈਂਪ ਵਾਰ ਉਹੀ ਟੀਟਣਾ ਹੈ। ਕਹਿੰਦੇ ਨੇ ਇਨਸਾਨ ਦਾ ਮਨ, ਤਨ ਤੇ ਗਣ ਕਾਲਾ ਹੋਵੇ ਨਾ ਤਾਂ ਉਹਦੇ ਸਾਰੇ ਕੰਮ ਉਹੀ ਹੋਣਗੇ। ਕੈਂਪ ਵਾਰ ਨੂੰ ਦੇਖ ਕੇ ਜਿਹੜੀਆਂ ਕਾਰਗੁਜ਼ਾਰੀਆਂ ਉਹਦੀਆਂ ਸਾਹਮਣੇ ਆ ਰਹੀਆਂ ਨੇ ਉਹ ਤਾਂ ਸਾਫ਼ ਦਿਖਦਾ ਮੈਨੂੰ। ਉਹ ਪਿੰਡ ਵਾਲਾ ਨਾ ਆਪਣੇ ਇਲਾਕੇ ਦੇ ਵਿੱਚ ਉਦਾਹਰਨ ਦਿੰਦੀਆਂ, ਸਾਰੇ ਪੰਜਾਬੀ ਸਮਝਦੇ ਹੋਣਗੇ। ਥਾਣੇ ਦੇ ਸਾਹਮਣੇ ਚਾਹ ਦਾ ਖੋਖਾ ਹੁੰਦਾ ਸੀ ਇੱਕ। ਚਾਹ ਦੇ ਖੋਖੇ ਦੀ ਚਾਹ ਹੈ ਜਿਹੜੀ ਉਹ ਥਾਣੇਦਾਰ ਦੀ ਦਿਆਨਤਦਾਰੀ ਦੇ ਨਾਲ, ਜਾਂ ਕਹਿ ਸਕਦੇ ਹਾਂ ਦਿਲਿਆਦਰੀ ਦੇ ਨਾਲ, ਜਾਂ ਆਪਣੀਆਂ ਕਰਤੂਤਾਂ ਦੇ ਉੱਤੇ ਚਾਦਰ ਪਾਉਣ ਦੇ ਕਰਕੇ ਉਹਦਾ ਖੋਖਾ ਥਾਣੇ ਦੇ ਸਾਹਮਣੇ ਕੋਈ ਹਿਲਾਉਂਦਾ ਨਹੀਂ ਸੀ। ਔਰ ਸਾਰੇ ਪੰਜਾਬੀਆਂ ਨੂੰ ਬੜੀ ਚੰਗੀ ਤਰ੍ਹਾਂ ਪਤਾ, ਜਿਨ੍ਹਾਂ ਦਾ ਥਾਣੇ ਨਾਲ ਕੋਈ ਸੰਬੰਧ ਰਿਹਾ ਹੋਵੇ, ਕਿ ਥਾਣੇਦਾਰ ਨੇ ਆਪ ਪੈਸੇ ਨਹੀਂ ਲੈਣੇ, ਖੋਖੇ ਦੇ ਪੈਸੇ ਫੜਾਏ ਜਾਣਗੇ। ਕੋਈ ਗੱਲ ਨਹੀਂ, ਚਾਹ ਲਾਇਆ ਉਹ ਫਲਾਣਾ ਖੋਖੇ ਵਾਲੇ ਦੀ ਚਾਹ ਬੜੀ ਸਵਾਦ ਹੁੰਦੀ ਹੈ। ਅਸਿੱਧੇ ਤੌਰ ਤੇ ਇਸ਼ਾਰਾ ਹੁੰਦਾ ਸੀ, ਚਾਹੇ ਮੁਨਸ਼ੀ ਹੋਵੇ ਤੇ ਚਾਹੇ ਥਾਣੇਦਾਰ ਹੋਵੇ ਤੇ ਚਾਹੇ ਉਹਦਾ ਕੋਈ ਸਿਪਾਹੀ ਜਾਂ ਉਹਦਾ ਹੀ ਕੋਈ ਦੱਲਾ ਹੋਵੇ, ਕੋਈ ਦੁਮ ਛੱਲਾ ਹੋਵੇ, ਕਿ ਖੋਖੇ ਤੇ ਜਾਓ ਤੇ ਪੈਸੇ ਫੜਾਏ ਆਓ। ਅੱਜ ਖਬਰਾਂ ਇਹ ਲੱਗ ਰਹੀਆਂ, ਪਤਾ ਚੱਲ ਰਹੀਆਂ ਨੇ ਕਿ ਸਿਟੀ ਹਾਲ ਦੇ ਵਿੱਚ ਆਪਣੇ ਕੰਮ ਕਰਾਉਣ ਲਈ ਕੈਂਪ ਵਾਰ ਦਾ ਉਹ ਖੋਖੇ ਵਾਲਾ ਕੰਮ ਆ, ਚਾਹ ਵਾਲਾ। ਇਹ ਦੱਸਿਆ ਜਾ ਰਿਹਾ ਜੀ, ਤਫਤੀਸ਼ ਕਰੂੰਗੀ ਸਿਰੇ ਤੱਕ ਪੂਰੀ, ਕਿ ਸਿਟੀ ਹਾਲ ਦੇ ਵਿੱਚ ਥਾਣੇਦਾਰ ਤਾਂ ਨਹੀਂ ਹੈ, ਹੁਣ ਥਾਣੇਦਾਰ ਨਹੀਂ ਬੈਠੀ ਹੋਈ ਹੈ, ਪਰ ਉਹਦੇ ਆਲੇ ਦੁਆਲੇ ਅਖੌਤੀ ਬਿਨਾਂ ਰੁਤਬੇ ਦੇ ਬੈਠੇ ਹੋਏ ਆਪਣੇ ਆਪ ਨੂੰ ਕਹਾਉਣ ਵਾਲੇ ਥਾਣੇਦਾਰ ਨੇ, ਜਿਹੜੇ ਸੈਮੀ ਮੇਅਰ ਬਣੇ ਹੋਏ ਨੇ, ਜਿਹੜੇ ਉਹਨਾਂ ਨੇ ਕੀ ਸਿਟੀ ਹਾਲ ਦੇ ਸਾਹਮਣੇ ਕੈਂਪ ਵਾਰ ਦਾ ਚਾਹਲਾ ਖੋਖਾ ਖੋਲਿਆ। ਯਾਦ ਰਹੇ ਤੁਹਾਡੇ ਨਾਲ ਰਿਵਾਲਵਿੰਗ ਡੋਰ ਦੀ ਕਹਾਣੀ ਸ਼ਰੇਆਮ ਸਾਂਝੀ ਕੀਤੀ ਸੀ। ਸਿਟੀ ਹਾਲ ਦੇ ਵਿੱਚ ਜਿਹੜਾ ਕੰਮ ਕਿਸੇ ਵੀ ਵਿਅਕਤੀ ਦਾ ਹੋਣਾ ਚਾਹੀਦਾ ਉਹ ਅਸੂਲਨ ਹੋਣਾ ਚਾਹੀਦਾ, ਪਰ ਉਹਦੇ ਸਾਹਮਣੇ ਖੋਖਾ ਖੋਲ ਕੇ ਉੱਥੇ ਕੈਂਪ ਵਾਰ ਵਰਗੇ ਦੁੰਬ ਛੱਲੇ ਚਾਹ ਵੇਚਣ ਦੇ ਬਹਾਨੇ ਹੇਠਾਂ ਲੋਕਾਂ ਤੋਂ ਉਗਰਾਹੀ ਕਰਦੇ ਹੋਣ, ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਖਾਸ ਕਰਕੇ ਦਾਗੀ ਰਿਐਲਟਰ, ਜਿਹੜਾ ਵੈਸੇ ਹੀ ਆਪਣੇ ਮੁਨਾਫੇ ਦੇ ਲਈ ਕੀ ਕਰਤੂਤਾਂ ਕਰਦਾ ਹੈ। ਸਸਪੈਂਡਡ ਦਾਗੀ ਰਿਐਲਟਰ, ਔਰ ਉਹਦੇ ਖੋਖੇ ਬਾਰੇ, ਉਹਦਾ ਖੋਖਾ ਖੋਲਣ ਦੀ ਜਿਹੜੀ ਥਾਣੇਦਾਰਨੀ ਦੇ ਸਿਟੀ ਹਾਲ ਦੇ ਸਾਹਮਣੇ ਖੋਖਾ ਖੋਲਣ ਦੀ ਕਹਾਣੀ ਜੇ ਸਾਹਮਣੇ ਆਉਂਦੀ ਆ ਤਾਂ ਹਰ ਇੱਕ ਨੂੰ ਚਤੰਨ ਹੋਣਾ ਚਾਹੀਦਾ ਹੈ। ਆਸ਼ਿਆਨਾ ਇੱਕ ਗੱਲ ਕਹਿੰਦੇ ਸੀ ਹਮੇਸ਼ਾ, खोखा खोलना क्या होता है?
ਟੀ ਸਟਾਲ ओके ਜਿਹੜਾ ਉਹ ਸਟੋਵ ਰੱਖ ਕੇ ਉਹਦੇ ਤੇ ਚਾਹ ਬਣਾ ਕੇ ਕਿ ਨਾ ਫੰਟੇ ਲਾ ਕੇ ਦਿੰਦੇ ਆ, अच्छा ਉਹਨੂੰ ਖੋਖਾ ਕਹਿੰਦੇ ਆ। ਔਰ ਤੁਸੀਂ ਇਹ ਇੱਕ ਵਾਰ ਨਹੀਂ ਕਿੰਨੀ ਵਾਰੀ ਗੱਲ ਕੀਤੀ ਆ, ਮੈਂ ਇਸ ਗੱਲ ਦੇ ਉੱਤੇ ਵੀ ਲੱਭ ਰਹੀ ਸੀ ਕਿਉਂ ਕੈਂਪਰ ਬਾਏ ਇਸ ਗੱਲ ਦਾ ਪ੍ਰਚਾਰ ਕਰ ਰਿਹਾ ਵੀ ਮੇਰੇ ਤਾਂ ਸਿੱਧਾ 6ਵੇਂ ਫਲੋਰ ਦੇ ਉੱਤੇ ਮੇਰਾ ਐਕਸੈਸ ਹੈ, ਮੈਂ ਤਾਂ ਸਿੱਧਾ ਜਾਣਾ ਉੱਥੇ ਚਾਹ ਪੀਣਾ, ਉੱਥੇ ਰੋਟੀ ਖਾਣਾ, ਉੱਥੇ ਕੌਫੀ ਪੀਣਾ। ਦੋ ਹੀ ਬੰਦੇ ਹੁੰਦੇ ਆ ਆਸ਼ਾਨਾ ਇਹੋ ਜਿਹਾ ਕੰਮ ਕਰਨ ਵਾਲੇ, ਜਾਂ ਮੇਅਰ ਹੋ ਸਕਦਾ ਤੇ ਜਾਂ ਫਿਰ ਸਫਾ ਸਫਾਈ ਵਾਲੇ ਹੋ ਸਕਦੇ, ਸਫਾਈ ਕਰਨ ਵਾਲੇ। ਹੁਣ ਕੈਂਪ ਵਾਰ ਦੱਸੇ ਵੀ ਸਫਾਈ ਕਰਨ ਵਾਲਾ, ਮੇਅਰ ਤਾਂ ਸਾਨੂੰ ਪਤਾ ਹੈ ਨਹੀਂ, ਜਾਂ ਕਿ ਮੇਅਰ ਤੱਕ ਖੋਖੇ ਤੋਂ ਚੱਕ ਕੇ ਪੈਸੇ ਪਹੁੰਚਾਉਣ ਵਾਲਾ ਹੈ। ਯਾਦ ਰਹੇ ਬਰਾਊਨ ਲਿਫਾਫਿਆਂ ਦੀ ਮੈਨੂੰ ਹਮੇਸ਼ਾ ਖਿੱਚ ਰਹੀ ਹੈ। ਡਾਇਨਾਵਾਰਡ ਦੇ ਟਾਈਮ ਦੇ ਉੱਤੇ ਮੈਨੂੰ ਥੋੜੀ ਜਿਹੀ ਸੂਹ ਮਿਲੀ ਸੀ ਜਦੇ ਅਸੀਂ ਇਸ ਗੱਲ ਦਾ ਰੌਲਾ ਪਾਉਣਾ ਸ਼ੁਰੂ ਕੀਤਾ ਸੀ, ਪਰ ਅਗਰ ਕੈਂਪ ਵਾਰ ਦਾ ਖੋਖਾ ਸਿਟੀ ਹਾਲ ਦੇ ਸਾਹਮਣੇ ਖੋਲ੍ਹਿਆ ਹੋਇਆ ਔਰ ਲੋਕ ਪੈਸੇ ਦਿੰਦੇ ਆ ਔਰ ਉਹ ਪੈਸੇ ਇਕੱਠੇ ਕਰਦਾ, ਉਹ ਕਿੱਥੇ ਤੱਕ ਜਾਂਦੇ ਆ ਔਰ ਉਹਦਾ ਕਿੰਨਾ ਹਿੱਸਾ ਦਰਵਾਜ਼ਾ ਫੜ ਕੇ ਘੁਮਾਉਣ ਵਾਲਿਆਂ ਨੂੰ ਜਾਂਦਾ ਜਾਂ ਦੂਸਰਿਆਂ ਤੀਸਰਿਆਂ ਨੂੰ ਜਾਂਦਾ। ਔਰ ਸਿਟੀ ਹਾਲ ਦੇ ਵਿੱਚ ਸਸਪੈਂਡਡ ਰਿਐਲਟਰ ਔਰ ਰਿਐਲਟਰਾਂ ਦੇ ਗੋੜੇ ਨੇ ਜਿਹੜੇ, ਉਹ ਕਿਹੜੀ ਮਨਸ਼ਾਹਿਤ ਲੱਗਦੇ ਆ। ਕੱਲੇ ਰਿਐਲਟਰ ਤੇ ਨਿਗਾਹ ਰੱਖੂੰਗੀ, ਚਾਹੇ ਸੂਹਾਂ ਕੱਢਣ ਵਾਲੇ ਹੋਣ, ਚਾਹੇ ਗੱਲਾਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਵਾਲੇ ਹੋਣ, ਚਾਹੇ ਚੁਗਲਖਾਰ ਹੋਣ ਤੇ ਚਾਹੇ ਵਾਲ ਪਟਾਉਣ ਤੇ ਲਵਾਉਣ ਵਾਲੇ ਹੋਣ। ਸਿਟੀ ਹਾਲ ਦੇ ਪ੍ਰਤੀ ਇਸ ਤਰ੍ਹਾਂ ਦਾ ਇੱਕ ਤਰੀਕੇ ਨਾਲ ਮਾਰਕੀਟ ਜਨਰੇਟ ਕੀਤੀ ਜਾ ਰਹੀ ਹੈ ਵੀ ਹਾਂ ਅਸੀਂ ਸਿਟੀ ਹਾਲ ਦੇ ਵਿੱਚ ਕੁਝ ਵੀ ਪੈਸੇ ਦੇ ਕੇ ਕੰਮ ਕਰਾ ਸਕਦੇ ਹਾਂ, ਜਿਹੜਾ ਕਿ ਅਧਿਕਾਰੀਆਂ ਨੂੰ ਤੇ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਤੇ ਟੈਂਟਡ ਕਰਨ ਦਾ ਸਿੱਧਾ ਮਨਸੂਬਾ ਹੈ। 6 ਸਾਲ ਤੋਂ ਉੱਤੇ ਸਮਾਂ ਹੋ ਗਿਆ ਜਦੋਂ ਤੋਂ ਅਸੀਂ ਇਸ ਗੱਲ ਦਾ ਰੌਲਾ ਪਾ ਰਹੇ ਹਾਂ ਕਿ ਸਿਟੀ ਹਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਰਪਸ਼ਨ ਆ ਉਹ ਨਹੀਂ ਹੋਣੀ ਚਾਹੀਦੀ, ਪਰ ਸਿਟੀ ਆਫ ਸਰੀ ਨੂੰ ਪੂਰੇ ਤਰ੍ਹਾਂ ਕੈਨੇਡਾ ਦੇ ਨਕਸ਼ੇ ਦੇ ਉੱਤੇ, ਨਾਰਥ ਅਮਰੀਕਾ ਦੇ ਨਕਸ਼ੇ ਦੇ ਉੱਤੇ ਪ੍ਰਸਿੱਧੀ ਮਿਲਣ ਦੇ ਕਾਰਨ ਇਹ ਇੰਨੇ ਜ਼ਿਆਦਾ ਕੀੜੇ ਖੜੇ ਹੋ ਗਏ ਨੇ, ਕੈਂਪ ਵਰਗਿਆਂ ਨੇ ਖੋਖੇ ਖੋਲ ਰਹੇ ਨੇ। ਯਾਦ ਰਹੇ ਇਹ ਉਹ ਖੋਖਾ ਜਿਹਦੇ ਆਪਦੇ ਸਟੋਵ ਤੋਂ ਅੱਗ ਆਪੇ ਲੱਗ ਕੇ ਤਬਾਹ ਹੋਣ ਵਾਲੀ ਗੱਲ ਸਬੱਬ ਹੋਣਾ ਚਾਹੀਦਾ ਹੈ, अगर सिटी ऑफ सरी के नागरिक जागरूक ने। वैसे आपने जो बात कही दीदी, इट्स क्वाइट अलार्मिंग कि दलाली कौन कर रहा है जी। सरी में सिटी हॉल का दलाल कौन बना हुआ है, ये सवाल है। अगर पता चल जाए कि ये दलाल कौन है और क्या कर रहा है तो इस दलाल की पूरी तफ्तीश करनी चाहिए, गेट टू द बॉटम ऑफ इट। एंड और एक बात और मैं ज़रूर कहना चाहूँगी, कैंप पवार का ये कहना कि डग मक्कलम को हराना है और मनदीप नागरा को हराना है, क्या ये दागी रियल्टर, सस्पेंडेड रियल्टर को ये पता था कि सिटी ऑफ सरी में अगर डग मक्कलम रहेगा, मनदीप नागरा जैसे काउंसलर्स रहेंगे, तो ये अपनी जो सीधा कनेक्शन 6th फ्लोर वाला नहीं बना सकेगा। एंड दैट वाज द रीज़न ये इलेक्शन से पहले 2022 इलेक्शन से पहले कई लोगों को ये बात कही है, ख़ासतौर से मुझे कहा इसने, कहता कि मैं लड़ना, लख वोट मेरे पीछे है, लख वोट लेकर आना, मैं लड़ना, मैं जी डग मक्कलम नु हराना तो मनदीप नागरा जैसे लोगों को हराना। खैर आपको ये बता दूं कि मनदीप नागरा हैज़ हिज सीट स्टिल इन द काउंसिल। जो लोग सही काम करते हैं, जिस तरह से आपने कहा कि डग मक्कलम इस तरह के हरकतें नहीं होने देता सिटी ऑफ सरी में, और इस वजह से इस तरह के जो डेल्टा रहने वाले लोग आकर हमारे इलेक्शंस, हमारे सिटी ऑफ सरी के इलेक्शंस में इंटरफियर किए, लाख वोट लाने वाले थे, पर अनफॉर्चुनेटली उनके 96,000 लोग पीछे मुड़ गए, आए नहीं आगे। 118,000 वैसे वोट्स आए दीदी सरी में, सरी इलेक्शन के वोट्स वाज 118,000। तो लख अगर दावा कर रहा, ये दागी रियल्टर, सस्पेंडेड रियल्टर लख का दावा कर रहा था, ਅੱਛਾ ਨਾ 3.9% ਵੋਟ ਪੈਂਦੀ ਆ ਉਹਦੇ ਲੱਖ ਦੇ ਦਾਅਵੇ ਦੇ ਕਾਰਨ 3900 ਵੋਟ ਦਾ 3.9%, 4% ਵੋਟ ਨਹੀਂ ਹੈ। ਹਵਾਈ ਕਿਲੇ ਤਾਂ ਬਹੁਤ ਜ਼ਿਆਦਾ ਉਸਾਰੇ ਜਾਂਦੇ ਆ। नो आई मीन इफ़ यू लुक एट द डाटा दीदी, उन्होंने आई थिंक इसको
0.4% ਵੋਟਸ ਮਿਲੇ। ਜਾਣੀ ਇਹਦਾ ਤਾਂ ਲੱਖ ਦੇ ਦਾਅਵਾ ਕਰਦੀਆਂ ਵੀ ਆਪ ਲੱਖ ਦਾ ਦਾਅਵਾ ਕਰਦਾ ਸੀ, ਉਹਦੇ 'ਚ 3900 ਵੋਟ ਪਈ ਆ, ਜਿਹੜੀ 3.9% ਬਣਦੀ ਆ, ਜਦੋਂ ਕਿ ਆਉਂਦਾ ਹੋਲ 1% ਵੀ ਵੋਟ ਨਹੀਂ ਪਈ। जी बिल्कुल, that's what it is। ਉਸ ਤੋਂ ਵੀ ਘੱਟ ਹੈ कैंप पवार 0.48%। या आधा और परसेंट भी नहीं लाख बढ़े। वोट का ये दावा कर रहा था, 0.48% वोट इसको मिला है। और मेरे ख्याल से वो जो 96,000 और लोग थे, या तो वो कैंप पवार को पसंद नहीं किए, या उन्होंने मेक किया डिसीजन किया कि वोट नहीं देना इनको, क्योंकि लाख वोट दावा करने वाले सिर्फ मुझसे नहीं, कई लोगों से उन्होंने लाख वोट का दावा किया। A lot of people who listen to this show, उनको भी पता है कि ये दावा डेल्टा रेसिडेंट सरी के म्यूनिसिपल इलेक्शन में लड़ने के लिए जो टांग अड़ाए थे। और अगर किसी को पता नहीं है, ये बता देती हूँ कि कैंप पवार का जो रेसिडेंस एड्रेस है वो है 7441 116 स्ट्रीट इन डेल्टा। और हमारे शहर में आकर इंटरफियर करने का क्या मतलब था इनका? सीधा डायरेक्शन, सीधा कनेक्शन 6th फ्लोर पर जाने के लिए क्या मकसद था? क्या मिल गया इसको? कौन सा सोना इस तरह से उगा हुआ है सरी के लैंड में कि इनको मिल गया? और आजकल तो मैंने दीदी और भी बातें सुनी है हाँ हाँ जो ज़रूर डिस्कस करूंगी लिसनर से। कहते जी पेड़ कटा लो $5,000, हाँ सरी में कोई भी पेड़ कटवा लो $5,000 ये दो, तरक्कियां हुई हैं आशाना, ये तरक्कियां हुई हैं। $5,000 दो, पॉकेट में रख ले, और फिर वो पेड़ कट जाता है। दरख्त कहते है ही नहीं सी। और भी बहुत सारे इस तरह की बातें सिटी ऑफ सरी के बारे में आपके साथ बात करेंगे। आउटसाइडर्स इन्फिल्ट्रेशन इन सरी सिटी हॉल क्यों है? ਹੈਲੋ ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 6045030988। ਬਲੈਕ ਐਂਡ ਵਾਈਟ ਆਟੋ ਬੋਡੀ। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345 ਯੂਨਿਟ ਨੰਬਰ 204-2589 Cedar Park Place, Abbotsford. Anchor Mortgage Canada. ਤੁਸੀਂ ਸੁਣ ਰਹੇ ਹੋ ਮੀਡੀਆ ਵੇਵਸ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਆਪਣੇ ਬਿਜ਼ਨਸ ਨੂੰ ਵਧਾਉਣ ਲਈ, ਐਡਵਰਟਾਈਜ਼ਮੈਂਟ ਕਰਾਉਣ ਲਈ, ਵਧੀਆ ਡੀਲਸ ਲਈ ਸਾਡੇ ਨਾਲ ਸੰਪਰਕ ਕਰੋ 6044494444 604 449 3333। ਸੁਣਦੇ ਰਹੋ ਮੀਡੀਆ ਵੇਵਸ।